प्यारे विद्यार्थियों, डॉक्टर सौरभ मैनरो हैडमास्टर गौरमेंट हाई स्कूल चीमा ਵੱਲੋਂ आप सब ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ ਡਿਫਰੈਂਸ਼ੀਅਲ ਇਕੁਏਸ਼ਨ ਚੈਪਟਰ ਹੈ ਤੁਹਾਡਾ 9th ਚੈਪਟਰ ਹੈ NCERT बुक ਦੇ ਵਿੱਚੋਂ। ਉਹ ਆਪਾਂ ਡਿਸਕਸ ਕਰਨਾ ਹੈ ਕਿ ਡਿਫਰੈਂਸ਼ੀਅਲ ਇਕੁਏਸ਼ਨਸ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਡਿਫਰੈਂਸ਼ੀਅਲ ਇਕੁਏਸ਼ਨ ਦੀ ਡੈਫੀਨੇਸ਼ਨ ਕੀ ਹੈ, क्या डिफरेंशियल इक्वेशन क्या होंदी है। सैकेंडली ਆਪਾਂ ਦੇਖਾਂਗੇ ਕਿ ਇਹਦਾ ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਪਾਂ ਆਰਡਰ ਕਿਵੇਂ ਕੈਲਕੂਲੇਟ ਕਰਦੇ ਹਾਂ। ਨੈਕਸਟ ਦੇਖਾਂਗੇ ਆਪਾਂ ਕਿ ਕਿਵੇਂ ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦੀ ਆਪਾਂ ਡਿਗਰੀ ਕੈਲਕੂਲੇਟ ਕਰਦੇ ਹਾਂ। ਉਸ ਤੋਂ ਬਾਅਦ ਆਊਗੀ ਕਿ ਡਿਫਰੈਂਸ਼ੀਅਲ ਇਕੁਏਸ਼ਨ ਦੀ ਕੀ ਫਾਰਮੇਸ਼ਨ ਹੈ, ਕਿ ਆਪਾਂ ਡਿਫਰੈਂਸ਼ੀਅਲ ਇਕੁਏਸ਼ਨ ਕਿਵੇਂ ਬਣਾ ਸਕਦੇ ਹਾਂ। ਤੇ ਲਾਸਟਲੀ ਆਪਾਂ ਦੇਖਾਂਗੇ ਕਿ ਡਿਫਰੈਂਸ਼ੀਅਲ ਇਕੁਏਸ਼ਨ ਕੋਈ ਦਿੱਤੀ ਹੋਵੇ ਉਸ ਦਾ ਆਪਾਂ ਸੋਲੂਸ਼ਨ ਕਿਵੇਂ ਕੈਲਕੂਲੇਟ ਕਰਦੇ ਹਾਂ, ਕਿਹੜੇ-ਕਿਹੜੇ ਮੈਥਡਸ ਨੇ जिस दे नाल आपां डिफरेंशियल इक्वेशन दा सॉल्यूशंस कढ सकते हैं। ठीक है बेटा, चलो शुरू करते हैं आज दा टॉपिक, दैट इज डिफरेंशियल इक्वेशन। देखो बेटा, सब तो पहला डिफरेंशियल इक्वेशन है क्या, इहदी की डेफिनेशन है। डिफरेंशियल इक्वेशन की है, ये कोई भी इक्वेशन, देखो नाम तो ही पता चलता है डिफरेंशियल इक्वेशन किस तो बने, एक तो इक्वेशन, इक्वेशन मीनस कोई भी इक्वेशन जिहदे विच डेरिवेटिव इनवॉल्व हुंदे ने, दैट इज कॉल्ड डिफरेंशियल इक्वेशन। वो इक्वेशन जिहदे विच डेरिवेटिव इनवॉल्व होन, दैट इज कॉल्ड डिफरेंशियल इक्वेशन। जिवें देखो बेटा आ इक्वेशन है, इहदे विच देखो डेरिवेटिव इनवॉल्व हो रहे ने, देखो दिस इक्वेशन इज कॉल्ड डिफरेंशियल इक्वेशन। मीनस कोई भी इक्वेशन, इक्वेशन मीनस इक्वल टू आया होया ना बेटा, देखो पहले नंबर ते इक्वेशन मीनस इक्वल टू होवे, दैट इज कॉल्ड इक्वेशन। सैकेंड गल हैगी है उहदे विच डेरिवेटिव इनवॉल्व होन, दैट इज कॉल्ड डिफरेंशियल इक्वेशन। कोई भी इक्वेशन जिहदे विच डेरिवेटिव इनवॉल्व होन, दैट इज कॉल्ड डिफरेंशियल इक्वेशन। जिवें देखो सैकेंड एग्जांपल, ਇਹਦੇ 'ਚ ਵੀ ਦੇਖੋ सेम डेरिवेटिव इनवॉल्व हो रहे ने, नाल दे नाल इक्वेशन है, दैट्स वाई दिस इज कॉल्ड डिफरेंशियल इक्वेशन। क्लीयर है बेटा। दूसरे नंबर ते तुसीं आ डेरिवेटिव दे विच कितना होना, जिवें आपां लिखदे हां dy/dx कि y ਦਾ ਡੈਰੀਵੇਟਿਵ ਆਪਾਂ ਨੇ x ਨਾਲ ਕੀਤਾ। ਜਿਹੜਾ ਇਹ 'ਚ x ਹੁੰਦਾ ਇਹ ਤਾਂ ਹੁੰਦਾ ਇੰਡੀਪੈਂਡੈਂਟ ਵੇਰੀਏਬਲ। ਠੀਕ ਹੈ ਜੀ। ਜਿਹੜਾ y ਹੁੰਦਾ ਇਹ ਹੁੰਦਾ ਡਿਪੈਂਡੈਂਟ ਵੇਰੀਏਬਲ। ਕਲੀਅਰ ਹੈ ਬੇਟਾ। ਠੀਕ ਹੈ, ਤੁਸੀਂ ਡੈਰੀਵੇਟਿਵ ਵਾਲੇ ਚੈਪਟਰ ਦੇ ਵਿੱਚ ਕੀਤਾ ਕਿ y ਨੂੰ ਆਪਾਂ ਕਹਿੰਦੇ ਡਿਪੈਂਡੈਂਟ ਵੇਰੀਏਬਲ, ਕਿਉਂਕਿ ਆਪਾਂ y ਦਾ ਡੈਰੀਵੇਟਿਵ ਕਰਦੇ ਪਏ ਹਾਂ ਵਿਦ ਰਿਸਪੈਕਟ ਟੂ x। ਜੇ ਡਿਪੈਂਡੈਂਟ ਨਾ ਹੁੰਦਾ ਫਿਰ ਤਾਂ ਇਹਦਾ ਡੈਰੀਵੇਟਿਵ ਦਾ ਆਨਸਰ 0 ਹੋਣਾ ਸੀ। ठीक है, जे डिपेंडेंट वेरिएबल नहीं है, जे कांस्टेंट है, दैन दा डेरिवेटिव का आंसर 0 है। ओके बेटा, क्लीयर है कि मीनस पहले नंबर ते आपां ने यही किया कि डिफरेंशियल इक्वेशन की हुंदी है वो इक्वेशन जिहदे विच डेरिवेटिव इनवॉल्व होन, दैट इक्वेशन इज कॉल्ड डिफरेंशियल इक्वेशन। क्लीयर है बेटा इनक। तो नैक्सट हुण ये ध्यान रखना बेटा, चैप्टर बहुत ईजी टॉपिक है, बहुत ईजी दा चैप्टर है। ਇਹਦੇ 'ਚ 3-4 ਚੀਜ਼ਾਂ ਤੁਹਾਨੂੰ ਬੇਸਿਕ ਜ਼ਰੂਰ ਆਉਂਦੀਆਂ ਹੋਣ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਚੈਪਟਰ ਬਹੁਤ ਈਜ਼ੀ ਹੈ, ਕੁਛ ਨਹੀਂ ਹੈ। ਪਹਿਲੇ ਨੰਬਰ ਤੇ ਤਾਂ ਤੁਹਾਨੂੰ ਇਹ ਪਤਾ ਹੋਵੇ, ਤੁਹਾਨੂੰ ਡੈਰੀਵੇਟਿਵ ਕਰਨਾ ਆਉਂਦਾ ਹੋਵੇ, ਸਿੰਪਲ ਡੈਰੀਵੇਟਿਵ ਆਉਂਦੇ ਹੋਣ। ਸੈਕਿੰਡ ਨੰਬਰ ਤੇ ਤੁਹਾਨੂੰ ਸਿੰਪਲ ਇੰਟੀਗ੍ਰੇਸ਼ਨ ਕੈਲਕੂਲੇਟ ਕਰਨੀ ਆਉਂਦੀ ਹੋਵੇ, ਕਿਸੇ ਵੀ ਫੰਕਸ਼ਨ ਦੀ ਇੰਟੀਗਰਲ ਕਿਵੇਂ ਕੱਢਦੇ ਆ। ਥਰਡ ਨੰਬਰ ਤੇ ਤੁਹਾਨੂੰ ਸਿੰਪਲ ਕੈਲਕੂਲੇਸ਼ਨ ਆਉਂਦੀਆਂ ਹੋਣ। ਜੇ ਆ 3 ਚੀਜ਼ਾਂ ਤੁਹਾਨੂੰ ਆਉਂਦੀਆਂ ਤਾਂ ਚੈਪਟਰ ਕੋਈ ਔਖਾ ਨਹੀਂ ਹੈ ਬੇਟਾ। ਜਿੰਨਾ ਮੈਂ ਕਰਵਾਵਾਂ ਇਹਨੂੰ ਚੰਗੀ ਤਰ੍ਹਾਂ ਕਰ ਲਓ। ਇਸ ਤੋਂ ਬਾਹਰ ਪੇਪਰ ਦੇ ਜਾਂ ਕੰਪੀਟੀਸ਼ਨ ਪੁਆਇੰਟ ਆਫ ਵਿਊ ਨਾਲ ਇਸ ਤੋਂ ਬਾਹਰ ਨਹੀਂ ਆਉਂਦਾ ਪੇਪਰ। ਠੀਕ ਹੈ ਜੀ, ਚੱਲੀਏ ਅੱਗੇ ਬੇਟਾ। ਚਲੋ ਉਸ ਤੋਂ ਬਾਅਦ ਸਭ ਤੋਂ ਪਹਿਲਾ ਟੌਪਿਕ ਆਉਂਦਾ ਹੈ ਆਰਡਰ ਆਫ ਏ ਡਿਫਰੈਂਸ਼ੀਅਲ ਇਕੁਏਸ਼ਨ। ਕਿਸੇ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਪਾਂ ਆਰਡਰ ਕਿਵੇਂ ਕੈਲਕੂਲੇਟ ਕਰਦੇ ਹਾਂ। ਜਿਵੇਂ ਆਪਣੇ ਕੋਲ ਮੰਨ ਲਓ ਬੇਟਾ ਇੱਕ ਐਗਜ਼ਾਮਪਲ ਹੈ, ਆ ਮੈਂ ਲਈ ਐਗਜ਼ਾਮਪਲ, ਆ ਡਿਫਰੈਂਸ਼ੀਅਲ ਇਕੁਏਸ਼ਨ ਲਿੱਤੀ ਮੈਂ ਆਪਣੇ ਕੋਲ। ਦੇਖੋ ਆ ਲਿਖਿਆ d³ y/dx³ प्लस दिस प्लस y इज इक्वल टू 0। क्लीयरली बेटा डिफरेंशियल इक्वेशन है ना बेटा। हुण ऑर्डर का मतलब की हुंदा है, ऑर्डर का मतलब है ਇਹਦੇ ਚ y ਦਾ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਹੋਇਆ। ਦੇਖੋ ਇੱਥੇ y ਹੈ, ਇੱਥੇ ਦੇਖੋ ਬੇਟਾ 2 ਵਾਰੀ ਡੈਰੀਵੇਟਿਵ ਹੈ। ਇਹ ਚ y ਦਾ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਹੈ, 3 ਵਾਰੀ ਡੈਰੀਵੇਟਿਵ ਹੋਇਆ ਹੋਇਆ ਹੈ। ਦੇਰਫੋਰ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ ਕਿੰਨਾ ਹੈ ਜੀ, 3। ਆਰਡਰ ਮੀਨਸ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਹੋਇਆ ਕਿਹਦਾ, ਡਿਪੈਂਡੈਂਟ ਵੇਰੀਏਬਲ ਦਾ ਵਿਦ ਰਿਸਪੈਕਟ ਟੂ ਇੰਡੀਪੈਂਡੈਂਟ ਵੇਰੀਏਬਲ। ਕੋਈ ਹੋਰ ਐਗਜ਼ਾਮਪਲ ਲਈਏ ਬੇਟਾ, ਜਿਵੇਂ ਮੰਨ ਲਓ ਆਪਣੇ ਕੋਲ ਆ ਹੈ ਜੀ ਦੀ ਪਾਵਰ 8 प्लस dy/dx ਦੀ ਪਾਵਰ 6 प्लस y इज इक्वल टू 0।
देखो आ डिफरेंशियल इक्वेशन है, ਇਹਦਾ ਆਪਾਂ ਨੇ ਆਰਡਰ ਦੇਖਣਾ ਹੈ। ਹੁਣ ਦੇਖੋ ਇਹਦੇ ਚ y ਦਾ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੈ, ਇੱਥੇ ਦੇਖੋ y ਦਾ ਇੱਕ ਵਾਰੀ ਡੈਰੀਵੇਟਿਵ ਹੈ, ਠੀਕ ਹੈ ਜੀ। ਇਹਦੇ ਚ y ਦਾ ਇੱਕ ਵਾਰੀ ਡੈਰੀਵੇਟਿਵ ਹੈ, ਅਗਲੇ ਵਾਲੇ ਚ ਦੇਖੋ y ਦਾ ਕਿੰਨੀ ਵਾਰੀ ਡੈਰੀਵੇਟਿਵ ਹੋ ਰਿਹਾ, 3 ਵਾਰੀ। ਦੇਖੋ ਇਹਦਾ ਆਰਡਰ ਕਿੰਨਾ, ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਬੇਟਾ, 3 ਵਾਰੀ। ਇਹਦਾ ਆਰਡਰ ਕਿੰਨਾ ਹੈ, 3 ਹੈ। ਕਲੀਅਰ ਹੈ ਬੇਟਾ। ਆਰਡਰ ਮੀਨਸ डिपेंडेंट वेरीएबल का कितनी वारी वध तो वध डेरीवेटिव होया होया, दैट इज कॉल्ड ऑर्डर। ठीक है बेटा, नैक्सट चलिए। फिर आती है बेटा डिग्री, इनू ध्यान नाल करनी है। डिग्री ऑफ ए डिफरेंशियल इक्वेशन क्या हुंदा है कि डिग्री आपां किसी भी डिफरेंशियल इक्वेशन की डिग्री किवें कढदे हैं। देखो ਇਹਦੇ ਲਈ ਪਹਿਲਾਂ ਤਾਂ ਮੇਨ ਇਹ ਧਿਆਨ ਰੱਖਣਾ ਹੈ, ਜਿਹੜੇ ਚ ਜਦੋਂ ਵੀ ਡਿਗਰੀ ਕੱਢਣੀ ਆਪਾਂ ਨੇ ਡਿਫਰੈਂਸ਼ੀਅਲ ਇਕੁਏਸ਼ਨ ਦੀ, ਉਹਦੀ ਡਿਗਰੀ ਤਾਂ ਨਿਕਲਣੀ ਹੈ ਜਿਹੜੀ डिफरेंशियल इक्वेशन है वो पॉलीनोमियल होनी चाहिए डेरीवेटिव च। ये मस्ट है बेटा, मतलब कि जो भी तुसी डिग्री कैलकुलेट करनी है, सब तो पहला जिहड़ी डिफरेंशियल इक्वेशन है वो पॉलीनोमियल डेरीवेटिव च होनी चाहिए है। दूसरे नंबर ते वो फ्री फ्रॉम रेडिकल्स एंड फ्रैक्शन तो फ्री होनी चाहिए है। रेडिकल का मतलब बेटा, रेडिकल मतलब स्केयर रूट या क्यूब रूट नहीं होना चाहिए क्वेश्चन दे विच। फ्रैक्शन का मतलब बेटा कि वो एवें नहीं होनी चाहिए, ओवर वाले फॉर्म च नहीं होनी चाहिए। क्लीयर है बेटा, मतलब कि जदों भी डिग्री कढ़नी है, ठीक है, किसी भी डिफरेंशियल इक्वेशन की जदों भी तुसी डिग्री कैलकुलेट करनी है, पहले नंबर ते वो फ्री फ्रॉम रेडिकल्स होनी चाहिए है। फ्री फ्रॉम रेडिकल्स होवे प्लस होर की होवे, फ्री फ्रॉम फ्रैक्शंस होवे। पहली कंडीशन ये है जदों भी तुसी डिग्री कैलकुलेट करनी है। सैकेंड कंडीशन मेन है बेटा, ये जरूरी है कि ये पॉलीनोमियल इन डेरीवेटिव दे विच होवे। जे पॉलीनोमियल इन डेरीवेटिव च नहीं है तो उस डिफरेंशियल इक्वेशन की डिग्री नहीं है जी। आ लिखा होया जी मैं कि इफ एनी टर्म ऑफ ए डिफरेंशियल इक्वेशन कांट बी एक्सप्रेस्ड इन ए पॉलीनोमियल इन द डेरीवेटिव देन डिग्री इज नॉट डिफाइंड। क्लीयर है बेटा। लो क्वेश्चन देखते हैं, उस तो थोड़ा ज्यादा क्लीयर हो। लो देखो जिमें आ डिफरेंशियल इक्वेशन है, इस डिफरेंशियल इक्वेशन का आपां ने ऑर्डर ते डिग्री कैलकुलेट करना है कि इस इक्वेशन का ऑर्डर की होगा, डिग्री क्या हो। चलो पहला बेटा ऑर्डर दसो। देखो इस कितनी बारी वध तो वध डेरीवेटिव होया, इत्थे दो, एक बारी है, दो बारी है, इत्थे देखो वध तो वध 3 बारी डेरीवेटिव है, इहदा ऑर्डर तो है 3। ठीक है जी। हुण आपां ने देखना इस डिफरेंशियल इक्वेशन की डिग्री कितनी है। हुण ध्यान रखना है जदों भी डिग्री कैलकुलेट करनी है, सब तो पहला स्टैप है कि जिहड़ी डिफरेंशियल इक्वेशन है पॉलीनोमियल होवे डेरीवेटिव दे विच। देखो आ डेरीवेटिव दे विच ही पॉलीनोमियल है। पॉलीनोमियल का मतलब जे मैं इहनूं एक्स मानना एक तरह का, आ एक्स है, आ की बनया होया है एक तरह का अपना स्केयर कह सकते हैं। देखो डेरीवेटिव है पॉलीनोमियल दे विच, ठीक है जी। हुण आपां ने इहदी डिग्री फाइंड करनी है। डिग्री देखो हुण आपां किवें कैलकुलेट करते हैं डिफरेंशियल इक्वेशन दी। सब तो पहला स्टैप ए पॉलीनोमियल इन डेरीवेटिव च होवे, वो है जी। सैकेंड कंडीशन है कोई भी स्केयर रूट या क्यूब रूट वाली टर्म नहीं होनी चाहिए। जे है उन्होंने सिंपलीफाई करांगे। देखो स्केयर रूट क्यूब रूट किते भी नहीं है, तो डिग्री की है जिहड़ी सब तो ज्यादा डेरीवेटिव है। देखो सब तो ज्यादा डेरीवेटिव आए, ਇਹਦੀ किन्नी पावर है, दैट इज कॉल्ड डिग्री। देयरफॉर ਇਹਦੀ डिग्री किन्नी है बेटा, 4 है। क्लीयर है। चलो एक एग्जाम्पल होर लैने, तो होर ज्यादा क्लीयर हो जाऊगा। जिवें देखो नीचे है, नीचे वाले दी ऑर्डर किन्ना है, डिग्री किन्नी है। देखो आ डिफरेंशियल इक्वेशन है, ਇਹਦਾ ऑर्डर ते डिग्री किन्ना है। देखो बेटा एक बार अपने आप करके पहला ऑर्डर मीनस की सीगा कि y ਦਾ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿव ਹੋਇਆ। देखो ਇੱਥੇ ਇੱਕ ਵਾਰੀ ਹੈ, दो ਵਾਰੀ ਹੈ, ਤੇ देखो ਵੱਧ ਤੋਂ ਵੱਧ 3 ਵਾਰੀ ਡੈਰੀਵੇਟਿव ਹੈ, ਇਹਦਾ ਆਰਡਰ ਤਾਂ 3 ਹੈ। ਹੁਣ डिग्री कैलकुलेट ਕਰਨ ਲਈ ਪਹਿਲੀ ਕੰਡੀਸ਼ਨ ਇਹ ਹੈ ਡੈਰੀਵੇਟਿਵ ਦੀ ਫਾਰਮਸ ਦੇ ਵਿੱਚ ਪੋਲੀਨੋਮੀਅਲ ਹੋਣੀ ਚਾਹੀਦੀ। ਦੇਖੋ ਇਹ ਡੈਰੀਵੇਟਿਵ ਦੀ ਫਾਰਮ 'ਚ ਪੋਲੀਨੋਮੀਅਲ ਹੈ, ठीक है। पॉलीनोमियल की पहचान अगे जाके होर दस दें, 2 के एग्जाम्पल लेने उस तो ज़्यादा क्लीयर हो जू। देखो डेरीवेटिव की फॉर्म च है पॉलीनोमियल है, तो की सी डिग्री की डेफिनेशन कि जिन्ना इहदा वध तो वध ऑर्डर है ਉਹਦੀ ਵੱਧ ਤੋਂ ਵੱਧ ਕਿੰਨੀ ਪਾਵਰ है। देखो ਇਹਦੀ पावर कितनी है, ਵੱਧ ਤੋਂ ਵੱਧ 4। देखो ਇਹਦਾ सब तो ਵੱਧ कितनी वारी डेरीवेटिव ਸੀਗਾ 3, ਉਹਦੀ कितनी पावर है 4। देखो ਇਹਦੀ डिग्री कितनी है 4 है। क्लीयर है बेटा, ईजी है। लो अगली एग्जाम्पल च तुहानूं पॉलीनोमियल ज़्यादा क्लीयर होगा। जिवें आ देखो आ डिफरेंशियल इक्वेशन है, ਇਹਦਾ ऑर्डर कढ़ना है बेटा ते डिग्री कढ़नी है। दसो जरा पहला तो ऑर्डर कितना होगा। देखो ऑर्डर इस डिफरेंशियल इक्वेशन का
क्या ऑर्डर होगा। देखो इस ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਬੇਟਾ, ਤਾਂ ਇੱਕ ਵਾਰੀ, ਇੱਥੇ ਦੋ ਵਾਰੀ, ਇੱਥੇ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੈ, ਤਿੰਨ ਵਾਰੀ। ਇਹਦਾ ਆਰਡਰ ਤਾਂ ਹੈ 3। ਆਰਡਰ ਕੋਈ ਔਖਾ ਨਹੀਂ ਬੇਟਾ। ਡਿਗਰੀ ਲਈ ਧਿਆਨ ਰੱਖਣਾ ਹੈ ਕਿ ਜਿਹੜਾ ਡੈਰੀਵੇਟਿਵ ਹੈ ਪਹਿਲੇ ਨੰਬਰ ਤੇ ਪੋਲੀਨੋਮੀਅਲ ਹੋਣਾ ਚਾਹੀਦਾ ਹੈ। ਪੋਲੀਨੋਮੀਅਲਸ ਦੇ ਵਿੱਚ ਡੈਰੀਵੇਟਿਵ ਹੋਣਾ ਚਾਹੀਦਾ। ਦੇਖੋ ਪੋਲੀਨੋਮੀਅਲ ਜੀ ਹੈ ਡੈਰੀਵੇਟਿਵ। ਦੇਖੋ ਜੇ ਇੱਥੇ ਸਾਈਨ ਦੇ ਐਂਗਲ 'ਚ ਡੈਰੀਵੇਟਿਵ ਪਿਆ ਹੁੰਦਾ ਦੈਨ ਇਟ ਇਜ਼ ਨਾਟ ਏ ਪੋਲੀਨੋਮੀਅਲ। ठीक है, डेरिवेटिव दे नाल डेरिवेटिव पॉलीनोमियल होना चाहिए, मतलब कि ਇਹਦੇ ਨਾਲ साइन कॉस नहीं होना चाहिए एंगल च, कि साइन दे एंगल च डेरिवेटिव होया देन इट इज नॉट ए पॉलीनोमियल। ठीक है, छोटी क्लासेस च कीता है, चाहे साइन कॉस दे एंगल च डेरिवेटिव होवे जिवें एवें है, साइन दे एंगल च जे डेरिवेटिव है देन आपां कहांगे इहदी डिग्री नॉट डिफाइंड। जे ई दी पावर दे पावर च डेरिवेटिव है देन अगेन कहांगे इस डिग्री इज नॉट डिफाइंड। ਐਵੇਂ log ਦੇ ਵਿੱਚ ਡੈਰੀਵੇਟਿਵ ਆ ਗਿਆ ਦੈਨ ਅਗੇਨ ਇਹਦੀ ਡਿਗਰੀ ਨਾਟ ਡਿਫਾਈਂਡ। ਕਿਉਂ ਨਹੀਂ ਡਿਫਾਈਂਡ? ਕਿਉਂਕਿ ਇਹ ਪੋਲੀਨੋਮੀਅਲ ਨਹੀਂ ਰਿਹਾ ਡੈਰੀਵੇਟਿਵ 'ਚ। ਠੀਕ ਹੈ ਜੀ, ਹੁਣ ਇਸ ਕੁਐਸਚਨ 'ਚ ਦੇਖੋ ਕੀ ਆਇਆ। ਆਪਣਾ ਆਹ ਕੁਐਸਚਨ ਸੀ, ਇਹਦੀ ਡਿਗਰੀ ਦੇਖੋ ਕਿੰਨੀ ਆਈ, ਕਿਉਂਕਿ ਆਹ ਜਿਹੜਾ ਪੋਲੀਨੋਮੀਅਲ ਹੈ ਇਹ ਪਹਿਲਾਂ ਦੇਖੋ ਡੈਰੀਵੇਟਿਵ 'ਚ ਹੈ, ਡੈਰੀਵੇਟਿਵ 'ਚ ਪੋਲੀਨੋਮੀਅਲ ਹੈ। ਦੇਖੋ ਇਹਦੀ ਡਿਗਰੀ ਕੀ ਹੁੰਦੀ ਹੈ, ਜਿੰਨਾ ਸਭ ਤੋਂ ਜ਼ਿਆਦਾ ਆਰਡਰ ਹੈ ਉਹਦੀ ਕਿੰਨੀ ਪਾਵਰ ਹੈ। ਦੇਖੋ ਇਹਦੀ ਪਾਵਰ ਕਿੰਨੀ ਹੈ 5, ਦੇਖੋ ਇਹਦੀ ਡਿਗਰੀ ਕਿੰਨੀ ਹੈ 5 ਹੈ ਜੀ। क्लीयर है बेटा। चलो अगली एग्जाम्पल लेने हैं, उस तो ज़्यादा क्लीयर होगा दोनों। देखो जिमें आ डिफरेंशियल इक्वेशन है, ਇਹਦਾ ਆਰਡਰ ਕਿੰਨਾ ਹੈ, ਆਰਡਰ ਕਿੰਨਾ ਹੈ, ਡਿਗਰੀ ਕਿੰਨੀ। ਦੇਖੋ ਆਰਡਰ ਕਿੰਨੀ ਵਾਰੀ ਵੱਧ ਤੋਂ ਵੱਧ ਡੈਰੀਵੇਟਿਵ ਹੋਇਆ, ਇੱਕ ਵਾਰੀ, ਦੋ ਵਾਰੀ, ਇੱਥੇ ਦੇਖੋ ਵੱਧ ਤੋਂ ਵੱਧ ਇਹਦਾ 3 ਵਾਰੀ ਡੈਰੀਵੇਟਿਵ ਹੈ, ਇਹਦਾ ਆਰਡਰ ਤਾਂ 3 ਹੈ। ਡਿਗਰੀ ਕੱਢਣ ਲਈ ਪਹਿਲੀ ਕੰਡੀਸ਼ਨ ਹੈ ਇਹ ਜ਼ਰੂਰ ਦੇਖਣਾ ਹੈ ਕਿ ਉਹ ਪੋਲੀਨੋਮੀਅਲ ਇਹਨੇ ਡੈਰੀਵੇਟਿਵ 'ਚ ਹੋਵੇ। ਦੇਖੋ ਆ ਪੋਲੀਨੋਮੀਅਲ ਇਹਨੇ ਡੈਰੀਵੇਟਿਵ ਹੈ ਬੇਟਾ, ਧਿਆਨ ਨਾਲ ਦੇਖੋ। ਆ ਦੇਖੋ ਆ ਪਿਆ ਇਹ 'ਚ ਦੇਖੋ ਸਾਈਨ ਦੇ ਐਂਗਲ 'ਚ ਡੈਰੀਵੇਟਿਵ ਆ ਗਿਆ, ਦੇयरफॉर इट इज नॉट पॉलीनोमियल इन डेरिवेटिव। क्योंकि पॉलीनोमियल इन डेरिवेटिव नहीं है, देयरफॉर ਇਹਦੀ डिग्री नॉट डिफाइंड। क्लियर है बेटा, ईजी है, कुछ नहीं करना। ठीक है, कोई होर एग्जाम्पल लेने उस तो ज़्यादा क्लीयर होगा। लो बेटा आ एग्जाम्पल लेने हैं, ਇਹਦਾ ਦੱਸੋ ਮੈਨੂੰ ਆਰਡਰ ਕਿੰਨਾ ਹੋਣਾ ਹੈ, ਡਿਗਰੀ ਕਿੰਨੀ ਹੋਣੀ ਹੈ। ਦੇਖੋ ਧਿਆਨ ਨਾਲ ਬੇਟਾ ਆਪਣੇ ਆਪ ਕਰਕੇ। ਆਰਡਰ ਮਤਲਬ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ। ਦੇਖੋ ਇਹ ਤਾਂ ਇੱਕ ਵਾਰੀ ਹੈ, ਇੱਥੇ ਦੋ ਵਾਰੀ ਹੈ, ਇੱਥੇ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੈ, 3 ਵਾਰੀ। ਇਹਦਾ ਆਰਡਰ ਤਾਂ 3 ਹੈ, ਇਹ ਤਾਂ ਈਜ਼ੀ ਹੈ। ਡਿਗਰੀ ਕੱਢਣ ਲਈ ਪਹਿਲੀ ਕੰਡੀਸ਼ਨ ਹੈ ਕਿ ਇਹ ਡੈਰੀਵੇਟਿਵਸ ਦੇ ਵਿੱਚ ਪੋਲੀਨੋਮੀਅਲ ਹੋਣਾ ਚਾਹੀਦਾ। ਆਹ ਦੇਖੋ ਆ ਤੇ e ਦੀ ਪਾਵਰ 'ਚ ਡੈਰੀਵੇਟਿਵ ਆ ਗਿਆ, दैट्स वाई इट इज नॉट पॉलीनोमियल इन डेरिवेटिव। देयरफॉर ਇਹਦੀ डिग्री की लिखांगे नॉट डिफाइंड। क्लीयर है बेटा। लो एक एग्जाम्पल होर लेने होर थोनू ज़्यादा क्लीयर हो जाऊगा। लो आ डिफरेंशियल इक्वेशन है, ਇਹਦਾ आर्डर ਤੇ डिग्री ਕੱਢਣਾ है। आर्डर की है, डिग्री की है। देखो बेटा पहला अपने आप ट्राई करके। आर्डर मीनस किन्नी वारी डेरिवेटिव है, ਇੱਥੇ ਇੱਕ ਵਾਰੀ, ਦੋ ਵਾਰੀ, ਇੱਥੇ ਦੇਖੋ ਵੱਧ ਤੋਂ ਵੱਧ ਕਿੰਨੀ ਵਾਰੀ ਹੈ, 3 ਵਾਰੀ। ਇਹਦਾ ਆਰਡਰ ਤਾਂ ਹੈ 3। ਡਿਗਰੀ ਕੱਢਣ ਲਈ ਪਹਿਲੀ ਕੰਡੀਸ਼ਨ ਕੀ ਹੈ ਬੇਟਾ, ਇਹ ਡੈਰੀਵੇਟਿਵ ਦੀ ਫਾਰਮ ਦੇ ਵਿੱਚ ਪੋਲੀਨੋਮੀਅਲ ਹੋਣਾ ਚਾਹੀਦਾ। ਇਹਦੇ 'ਚ ਦੇਖੋ ਆ ਪਿਆ ਵਿੱਚ log ਦੇ ਨਾਲ ਡੈਰੀਵੇਟਿਵ ਆ ਗਿਆ, ਦੇयरफॉर ਇਹਦੀ ਡਿਗਰੀ ਫੇਰ ਅਗੇਨ ਕਿਆ ਹੋਊਗੀ, ਨॉट डिफाइंड। क्लियर है बेटा, मेरे ख्याल ਨਾਲ ਤਾਂ ਇਹ 'ਚ ਕੋਈ ਔਖਾ ਨਹੀਂ ਹੋਣਾ ਚਾਹੀਦਾ। देयरफॉर ਅਗਲੀ ਐਗਜ਼ਾਮਪਲ ਲੈਣੇ ਹੋਰ ਜ਼ਿਆਦਾ ਕਲੀਅਰ ਹੋਊਗਾ ਤੁਹਾਨੂੰ ਬੇਟਾ। ਲੋ ਇੱਕ ਆ ਐਗਜ਼ਾਮਪਲ ਦੇਖੋ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। देखो ਇਹਦਾ ਆਰਡਰ ਕਿੰਨਾ ਹੋਊਗਾ, ਡਿਗਰੀ ਕਿੰਨੀ ਹੋਊਗੀ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੀ। ਦੇਖੋ ਆਰਡਰ ਤਾਂ ਸਿੱਧਾ ਹੀ, ਆਰਡਰ ਲਈ ਕੁਝ ਨਹੀਂ ਕਰਨਾ, ਸਿੰਪਲ ਇਹ ਦੇਖ ਲਓ ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ। ਇੱਥੇ ਦੇਖੋ ਇੱਕ ਵਾਰੀ ਹੈ, ਇੱਥੇ 3 ਵਾਰੀ ਡੈਰੀਵੇਟਿਵ ਹੈ। ਦੇਖੋ ਤਾਂ ਇਹਦਾ ਆਰਡਰ ਤਾਂ 3 ਹੈ, ਇਹਦੇ 'ਚ ਤਾਂ ਕੋਈ ਪੰਗਾ ਨਹੀਂ। ਠੀਕ ਹੈ ਜੀ, ਹੁਣ ਆਪਾਂ ਨੇ ਕੈਲਕੂਲੇਟ ਕਰਨੀ ਹੈ ਇਹਦੀ ਡਿਗਰੀ। ਡਿਗਰੀ ਲਈ ਪਹਿਲੀ ਕੰਡੀਸ਼ਨ ਹੈ ਪੋਲੀਨੋਮੀਅਲ ਇਨ ਡੈਰੀਵੇਟਿਵ 'ਚ ਹੋਣਾ ਚਾਹੀਦਾ। ਦੇਖੋ ਉਹ ਤਾਂ ਹੈ, मतलब कि ਜਿਹੜਾ ਪੋਲੀਨੋਮੀਅਲ ਦਾ ਬੈਸਟ ਤਰੀਕਾ ਹੁੰਦਾ ਕਿ ਸਿਰਫ ਇਹ ਦੇਖਣਾ ਹੈ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਐਂਗਲ 'ਚ ਤਾਂ ਨਹੀਂ ਡੈਰੀਵੇਟਿਵ ਪਿਆ। ਜੇ ਪਿਆ ਦੈਨ ਡਿਗਰੀ ਨਾਟ ਡਿਫਾਈਨਡ। e ਦੀ ਪਾਵਰ 'ਚ ਤਾਂ ਨਹੀਂ ਡੈਰੀਵੇਟਿਵ ਪਿਆ, ਜੇ ਪਿਆ ਡਿਗਰੀ ਨਾਟ ਡਿਫਾਈਨਡ। log ਦੇ ਵਿੱਚ ਤਾਂ ਨਹੀਂ ਡੈਰੀਵੇਟਿਵ ਪਿਆ, ਜੇ ਪਿਆ ਦੈਨ ਡਿਗਰੀ ਨਾਟ ਡਿਫਾਈਨਡ। ਇਹ 'ਚ ਦੇਖੋ ਨਾ ਤਾਂ ਸਾਈਨ ਕੋਸ ਆ ਰਹੇ ਹੈ, ਨਾ e ਦੀ ਪਾਵਰ ਆ ਰਹੇ ਹੈ, ਨਾ ਕੀ ਨਹੀਂ ਆ ਰਿਹਾ ਬੇਟਾ, ਹੋਰ ਇਹਦੇ 'ਚ log ਨਹੀਂ ਆ ਰਿਹਾ। देयरफॉर ਇਹਦੀ ਪਹਿਲੇ ਨੰਬਰ ਤੇ ਡਿਗਰੀ ਦਾ ਡਿਫਾਈਨਡ ਹੋਊਗੀ। ਹੁਣ ਡਿਗਰੀ ਕੱਢਣ ਲਈ ਮੇਨ ਜ਼ਰੂਰੀ ਧਿਆਨ ਰੱਖਣਾ, ਇੱਕ ਤਾਂ ਪੋਲੀਨੋਮੀਅਲ ਹੋਵੇ, ਦੂਸਰਾ ਇਹ ਰੈਡੀਕਲ ਤੇ ਫ੍ਰੈਕਸ਼ਨ ਫ੍ਰੀ ਹੋਵੇ। ਇਹ 'ਚ ਦੇਖੋ ਰੈਡੀਕਲ ਆ ਰਿਹਾ, ਸੌਰੀ ਇਹ 'ਚ ਰੈਡੀਕਲ ਆ ਰਿਹਾ। ਕਿਹੜਾ ਰੈਡੀਕਲ ਆ ਰਿਹਾ ਬੇਟਾ, ਸਕੁਅਰ ਰੂਟ ਆ ਰਿਹਾ। ਦੇਖੋ ਤਾਂ ਇਹਦੀ ਡਿਗਰੀ ਕੈਲਕੂਲੇਟ ਕਰਨ ਲਈ ਪਹਿਲਾਂ ਇਹਨੂੰ ਰੈਡੀਕਲ ਫ੍ਰੀ ਕਰਨਾ ਪੈਣਾ, ਇਹਨੂੰ ਸਕੁਅਰ ਰੂਟ ਖਤਮ ਕਰਨਾ ਪੈਣਾ। ਕਰੋ ਖਤਮ। ਸਕੁਅਰ ਰੂਟ ਖਤਮ ਕਰਨ ਦਾ ਕੀ ਤਰੀਕਾ, ਸਕੇਅਰਿੰਗ ਕਰ ਦਿਓ ਦੋਨੋਂ ਪਾਸੇ। ਦੇਖੋ ਜੇ ਸਕੇਅਰਿੰਗ ਕਰਾਂਗੇ ਇੱਧਰਲੇ ਦਾ ਸਕੁਅਰ ਕਿੰਨਾ ਆ ਜਾਊਗਾ ਬੇਟਾ, ਜਿਹਦੀ ਸਕੇਅਰਿੰਗ ਕਰਾਂਗੇ ਇਹਦੀ ਪਾਵਰ 5 ਸੀਗਾ, ਸਕੇਅਰ ਕਰਾਂਗੇ ਇੱਧਰ 10 ਬਣ ਜੂ।
इधर स्केयरिंग करांगे स्केयर रूट अपना खत्म हो जाना बेटा, देखो आही रह जाना। लो आ डिफरेंशियल इक्वेशन आ गई जी थोड़े कोल। हुण देखो हुण तां डिग्री कैलकुलेट कर सकते हो क्योंकि ये फ्री फ्रॉम रेडिकल्स हो गया ते फ्रैक्शंस। ਤਾਂ ਡਿਗਰੀ ਕੀ ਸੀ, ਜਿਹੜਾ ਸਭ ਤੋਂ ਜ਼ਿਆਦਾ ਡੈਰੀਵੇਟਿਵ ਹੈ ਉਹਦੀ ਕਿੰਨੀ ਪਾਵਰ ਹੈ, ਕਿੰਨੀ ਪਾਵਰ ਹੈ ਬੇਟਾ 10। ਦੇਖੋ ਇੱਥੇ ਦੇਖਣ ਨੂੰ ਲੱਗਦਾ ਸੀ ਕੁਐਸਚਨ 'ਚ ਇਹਦੀ ਡਿਗਰੀ ਹੈ 5, ਬਟ ਇਹ ਰੈਡੀਕਲ ਫ੍ਰੀ ਨਹੀਂ ਸੀ, ਪਹਿਲਾਂ ਇਹਨੂੰ ਰੈਡੀਕਲ ਫ੍ਰੀ ਕਨਵਰਟ ਕਰੋ ਫਿਰ ਡਿਗਰੀ ਦੇਖੋ ਡਿਗਰੀ ਕਿੰਨੀ ਹੈ ਇਹਦੀ 10 ਡਿਗਰੀ ਹੈ। ਕਲੀਅਰ ਹੈ ਬੇਟਾ। ਲੋ ਇੱਕ ਐਗਜ਼ਾਮਪਲ ਹੋਰ ਲੈਣੇ ਆ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋ ਜੂ। ਲੋ ਦੇਖੋ ਜਿਵੇਂ ਆਹ ਐਗਜ਼ਾਮਪਲ ਹੈ, ਇਹਦਾ ਪਹਿਲਾਂ ਤਾਂ ਆਰਡਰ ਤਾਂ ਸਿੱਧਾ ਹੀ ਹੈ, ਵੱਧ ਤੋਂ ਵੱਧ ਕਿੰਨੀ ਵਾਰੀ ਡੈਰੀਵੇਟਿਵ ਹੋਇਆ ਤੇ ਇੱਕ ਵਾਰੀ, ਇੱਥੇ ਵੱਧ ਤੋਂ ਵੱਧ 2 ਵਾਰੀ ਡੈਰੀਵੇਟਿਵ ਹੈ ਤਾਂ ਆਰਡਰ ਤਾਂ 2 ਹੈ। ਡਿਗਰੀ ਲਈ ਇਟ ਇਜ਼ ਰੈਡੀਕਲ ਫ੍ਰੀ ਹੋਣਾ ਚਾਹੀਦਾ ਹੈ ਤੇ ਦੂਸਰੇ ਨੰਬਰ ਤੇ ਫ੍ਰੈਕਸ਼ਨਸ ਨਹੀਂ ਹੋਣੇ ਚਾਹੀਦੇ। ਇਹਦੇ 'ਚ ਦੇਖੋ ਰੈਡੀਕਲ ਹੈ ਕੋਈ ਜੀ, ਦੇਖੋ ਬੇਟਾ ਰੈਡੀਕਲ ਆ ਪਿਆ ਆ ਦੇਖੋ ਪਾਵਰ 3/2 ਹੈ, ਜੇ 3 ਹੁੰਦਾ ਫਿਰ ਰੈਡੀਕਲ ਫ੍ਰੀ ਸੀਗਾ, ਇੱਥੇ ਆ ਸਕੇਅਰ ਰੂਟ ਪਿਆ, ਦੈਟਸ ਵਾਈ ਮੈਂ ਦੋਨੋਂ ਪਾਸੇ ਪਹਿਲਾਂ ਸਕੇਅਰਿੰਗ ਕੀਤੀ। ਇਹਦੀ ਸਕੇਅਰ ਕਰਾਂਗੇ ਆਜੂ 25, ਇਹਦਾ ਸਕੇਅਰ ਕਰਾਂਗੇ ਬੇਟਾ ਦੇਖੋ ਕਿੰਨਾ ਆਜੂ ਇਹਦੀ ਪਾਵਰ 2, ਇੱਧਰ ਸਕੇਅਰ ਕਰਾਂਗੇ ਦੇਖੋ ਇਹ ਕਿੰਨੀ ਆ ਜੂਗੀ ਇਹਦੀ ਪਾਵਰ ਸਕੇਅਰ ਪਲੱਸ 1 ਦੀ ਹੋਲ ਪਾਵਰ 3। ਦੇਖੋ ਇਹ ਰੈਡੀਕਲ ਫ੍ਰੀ ਹੋ ਗਿਆ। ਹੁਣ ਦੇਖੋ ਇਹਦੀ ਡਿਗਰੀ ਕਿੰਨੀ ਹੈ, ਡਿਗਰੀ ਕੀ ਸੀ, ਸਭ ਤੋਂ ਜ਼ਿਆਦਾ ਜਿਹੜਾ ਡੈਰੀਵੇਟਿਵ ਹੈ ਆ ਡੈਰੀਵੇਟਿਵ ਹੈ ਉਹਦੀ ਕਿੰਨੀ ਪਾਵਰ ਹੈ, ਦੇਖੋ ਇਹਦੀ ਪਾਵਰ ਕਿੰਨੀ ਹੈ 2, ਦੇਫੋਰ ਇਹਦੀ ਡਿਗਰੀ ਕਿੰਨੀ ਹੈ ਬੇਟਾ 2 आई। क्लीयर है मेरे मुताबिक तो इस कुछ नहीं औखा होना चाहिए। ठीक है जी, ऑर्डर क्लीयर होया बेटा, डिग्री क्लीयर हुई। पहले नंबर पर आपने यही देखा इस अज के लैक्चर सब तो पहला आप देखा डिफरेंशियल इक्वेशन हुंदी की है। कोई भी इक्वेशन जिहदे विच डेरीवेटिव इनवॉल्व होण दैट इज कॉल्ड डिफरेंशियल इक्वेशन। आप डिफरेंशियल इक्वेशन का ऑर्डर किमें कैलकुलेट करते हैं, डिग्री किसी भी डिफरेंशियल इक्वेशन की किमें कैलकुलेट करते हैं। ठीक है बेटा, ਹੁਣ ਮੇਨ ਇਹ ਧਿਆਨ ਰੱਖਣਾ ਹੈ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਪਣਾ ਡੇਲੀ ਲਾਈਫ 'ਚ ਬਹੁਤ ਯੂਜ਼ ਹੁੰਦਾ ਜੀ ਬੇਟਾ। ਤੁਹਾਡੀ ਫਿਜ਼ਿਕਸ ਵਿਦਆਊਟ ਡਿਫਰੈਂਸ਼ੀਅਲ ਇਕੁਏਸ਼ਨ ਪੋਸੀਬਲ ਹੀ ਨਹੀਂ ਹੈ। ਤੁਹਾਡਾ ਇੱਕ ਚੈਪਟਰ ਆਉਂਦਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਉਹ ਜਦ ਤੱਕ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਤੁਹਾਨੂੰ ਕੱਢਣਾ ਨਹੀਂ ਆਉਂਦਾ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਤਾਂ ਉਹ ਚੈਪਟਰ ਹੀ ਨਹੀਂ ਸਮਝ ਆ ਸਕਦਾ। ਐਵੇਂ ਇਕਨੋਮਿਕਸ 'ਚ ਬਹੁਤ ਯੂਜ਼ ਹੈ, ਬਾਇਓਲੋਜੀ ਦੇ ਵਿੱਚ ਬਹੁਤ ਯੂਜ਼ ਹੈ, ਸਾਰੇ ਫੀਲਡਸ ਦੇ ਵਿੱਚ ਇਹਦਾ ਯੂਜ਼ ਹੈ। ਤਾਂ ਕਰਕੇ ਬੇਟਾ ਇਹ ਚੈਪਟਰ ਜ਼ਰੂਰ ਕਰਨਾ ਹੈ ਤੇ ਚੰਗੀ ਤਰ੍ਹਾਂ ਕਰਨਾ ਹੈ, ਈਜ਼ੀ ਹੈ कुछ नहीं है। चलो चलिए अगे बेटा, चलो नैक्सट देखते हैं आप। नैक्सट आपने कोई डिफरेंशियल इक्वेशन देखो आपको डिफरेंशियल इक्वेशन दी हुई है, यदा आपने सोल्यूशन चैक करना है। जोड़ा अज वाले लैक्चर च चैक करांगे कि यदा सोल्यूशन, जोड़ा नैक्सट लैक्चर च आप चैक करांगे कि सोल्यूशन किमें कढ़ते हैं। ठीक है जी, जिमें हुण आ डिफरेंशियल इक्वेशन दी हुई है, सोल्यूशन चैक करना अपने को एक सोल्यूशन दिता होया देखो, आपने चेक करना है कि y इज इक्वल टू एक्स स्केयर प्लस 2x प्लस सी इस डिफरेंशियल इक्वेशन का सोल्यूशन है या नहीं है। तो सोल्यूशन चेक करने का बेस्ट तरीका बेटा क्या है, देखो जिमें आ इक्वेशन नंबर 1 ले ली, ये देखो किन्ने डेरीवेटिव इनवॉल्व हो रहे हैं बेटा, देखो ये किन्ने डेरीवेटिव आ रहे, इक्को डेरीवेटिव आ रहे हैं, दैट्स वाई ये आपने एक बार डेरीवेटिव किया। करो बेटा एक बार डेरीवेटिव एक्स स्केयर का आऊगा 2x, 2x का आऊगा 2, c का डेरीवेटिव 0, बस एक बार डेरीवेटिव हो रहा है। यदि लैफ्ट हैंड साइड लो इच पुट करके देखो, आपने चेक करना ना यदा सोल्यूशन है, सोल्यूशन मीनस ये पुट करिए सैटिस्फाई होना चाहिए। वो आपने एक बार डेरीवेटिव कढ़िया, इनू 1 च पुट किया, 1 की लैफ्ट हैंड साइड च देखो ये पुट किया, डी वाई ओवर डी एक्स किन्ना 2x प्लस 2 माइनस आ एवं देखो मेरे ख्याल ना 2x ना 2x कट्टिया जाऊगा, 2 ना 2 है, देखो 0 आ गया, दिस इज अवर राइट हैंड साइड, देयरफॉर आहा इस इक्वेशन का सोल्यूशन है। क्लीयर है बेटा। सोल्यूशन किमें चेक करना है, सिर्फ जे चेक करना आ गया तो सिर्फ ओदे च देखो डिफरेंशियल इक्वेशन दे विच किन्ने ऑर्डर दी डिफरेंशियल इक्वेशन है। जे 1 ऑर्डर दी है उहदा एक बारी डेरीवेटिव करके ओदे च वैल्यूज पुट कर दो, जे वो सैटिस्फाई कर गया दैन इट इज दी सोल्यूशन। ठीक है बेटा, क्लीयर है इत्थे तक। लो हुण आपने यह सैकेंड चेक करना है कि आ भी यदा सोल्यूशन है, देखिए लो नैक्सट आप करके देखते हैं कि आपने आ चेक करना है y इज इक्वल टू एक्स स्केयर प्लस 2x प्लस 5, ये भी सोल्यूशन होना चाहिए इस डिफरेंशियल इक्वेशन का। देखो है आ चेक करना है कि यदा सोल्यूशन है। किमें चेक करांगे बेटा सोल्यूशन है, आप की करांगे सिंपल, ये देखो किन्ने डेरीवेटिव आ रहे हैं, एक डेरीवेटिव आ रहा है, दैट्स वाई यदा एक बार डेरीवेटिव किया, देखो यदा डेरीवेटिव करांगे 2x प्लस 2 आ गया।
ਹੁਣ ਜੇ ਤਾਂ ਇਹਨੂੰ ਸੈਟੀਸਫਾਈ ਕਰ ਗਿਆ ਦੈਨ ਇਹਦਾ ਸੋਲੂਸ਼ਨ ਹੈ। ਦੇਖੀਏ ਇਹਦੀ ਲੈਫਟ ਹੈਂਡ ਸਾਈਡ ਲਿੱਤੀ, ਦੇਖੋ dy/dx ਦੀ ਵੈਲਿਊ ਆਪਾਂ ਨੂੰ ਪਤਾ ਹੈ -2x-2, देखो 2 ना 2 कैंसल हो गया, देफोर कैंसल होके 0 आ गया। दिस इज अवर राइट हैंड साइड, देफोर आहा इस इक्वेशन का सोल्यूशन है। क्लीयर है बेटा? सोल्यूशन किमें चेक करते पता चल गया। लो हुण एक चीज़ देखो होर तुहानूं चैप्टर दे विच लिखिया होगा, एक तां हुंदा जरनल सोल्यूशन, एक हुंदा पार्टिकुलर सोल्यूशन। ये क्या हुंदे ने? ठीक है जी, जरनल सोल्यूशन ते पार्टिकुलर सोल्यूशन क्या हुंदा? ध्यान नाल सुनियो बेटा। जिवें देखो आ डिफरेंशियल इक्वेशन है, ਇਹਦਾ ਆਰਡਰ ਕਿੰਨਾ ਹੈ ਬੇਟਾ? ਕਿੰਨੇ ਡੈਰੀਵੇਟਿਵ ਆ, ਕਿੰਨੇ ਵੱਧ ਡੈਰੀਵੇਟਿਵ ਹੋਇਆ ਹੈ y ਦਾ? ਇੱਕ ਵਾਰੀ, ਇਹਦਾ ਆਰਡਰ 1 ਹੈ। ਠੀਕ ਹੈ ਜੀ। ਉਹ ਸੋਲੂਸ਼ਨ ਦੇਖੋ, ਜਰਨਲ ਸੋਲੂਸ਼ਨ ਦਾ ਮਤਲਬ ਕੀ ਹੈ? ਜਰਨਲ ਸੋਲੂਸ਼ਨ ਇਹਦਾ ਕੀ ਮਤਲਬ ਹੈ? ਪਹਿਲਾਂ ਦੇਖੋ ਨਾਮ ਤੋਂ ਸੋਲੂਸ਼ਨ, ਪਹਿਲਾਂ ਤਾਂ ਉਹ ਸੋਲੂਸ਼ਨ ਹੋਵੇ ਕਿ ਕੋਈ ਵੀ, ਜਿਵੇਂ ਆ ਇਕੁਏਸ਼ਨ, ਜਿਵੇਂ ਆ y ਦੀ ਵੈਲਿਊ ਪਹਿਲੇ ਨੰਬਰ ਤੇ ਸੋਲੂਸ਼ਨ ਹੋਵੇ, ਦੂਜੇ ਨੰਬਰ 'ਚ ਉਹਦੇ 'ਚ ਜਿੰਨੇ ਉਹਦਾ ਆਰਡਰ ਹੈ, ਆਰਡਰ ਕਿੰਨਾ 1, ਉਹ ਚ ਉਨੇ ਹੀ ਕੌਂਸਟੈਂਟ ਹੋਣ, ਆਰਬਿਟਰੇਰੀ ਕੌਂਸਟੈਂਟ ਉਨੇ ਹੀ ਹੋਣ। ਦੇਖੋ ਇਹ ਚ ਕਿੰਨੇ ਆਰਬਿਟਰੇਰੀ ਕੌਂਸਟੈਂਟ ਹੈ? ਸਿਰਫ ਇੱਕ ਆਰਬਿਟਰੇਰੀ ਕੌਂਸਟੈਂਟ ਹੈ C, then it is called ਜਰਨਲ ਸੋਲੂਸ਼ਨ। ਠੀਕ ਹੈ, ਜਰਨਲ ਸੋਲੂਸ਼ਨ ਦਾ ਮਤਲਬ ਕੀ ਹੁੰਦਾ ਹੈ? ਉਹ ਸੋਲੂਸ਼ਨ ਜਿਹਦੇ ਚ ਉਨੇ ਹੀ ਆਰਬਿਟਰੇਰੀ ਕੌਂਸਟੈਂਟ ਹੋਣ ਜਿੰਨਾ ਇਹਦਾ ਆਰਡਰ ਹੈ। देखो इस डिफरेंशियल इक्वेशन का कितना ऑर्डर सीगा बेटा? इस डिफरेंशियल इक्वेशन का ऑर्डर 1 सीगा। तो ये देखो इको कॉन्स्टेंट है आर्बिट्रेरी। आर्बिट्रेरी का मतलब की होंगे? इतने सी दियां मैं अलग अलग वैल्यूज पुट करा तो अलग अलग आंसर आएंगे, दैट इज कॉल्ड आर्बिट्रेरी कॉन्स्टेंट। एक होंगे फिक्सड कॉन्स्टेंट, जिमें आ 2 तो फिक्सड कॉन्स्टेंट है, यदि वैल्यू 2 ही है। सी की कोई फिक्स वैल्यू नहीं, जी मर्जी हो सकती है। क्लीयर है बेटा? वो डिफरेंशियल, वो सोल्यूशन ਜਿਹਦੇ ਚ ਜਿੰਨੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਉਨੇ ਹੀ ਕਨਸਟੈਂਟ ਆਣ, ਦੈਟ ਇਜ਼ ਕਾਲਡ ਕੀ ਹੁੰਦਾ ਬੇਟਾ? ਉਹਨੂੰ ਕੀ ਕਹਿੰਦੇ ਆ ਆਪਾਂ? ਜਰਨਲ ਸੋਲੂਸ਼ਨ। ਦੇ ਫੋਰ ਪਹਿਲਾ ਤਾਂ ਹੈਗਾ ਜਰਨਲ ਸੋਲੂਸ਼ਨ। ਹੁਣ ਆਪਾਂ ਨੂੰ ਪੁੱਛ ਲਿਆ ਦੂਜਾ ਸੋਲੂਸ਼ਨ ਕਿਆ ਹੈ, ਕਿ ਇਹ ਜਰਨਲ ਹੈ ਜਾਂ ਪਾਰਟਿਕੂਲਰ ਹੈ। ਜਰਨਲ ਸੋਲੂਸ਼ਨ ਚ ਤਾਂ ਉਹੀ ਹੈ ਜਿੰਨੇ ਇਹਦੇ ਆਰਡਰ ਹੈ। ਆਰਡਰ ਕਿੰਨਾ ਸੀਗਾ? 1। ਤਾਂ ਇਹਦੇ ਚ ਇੱਕੋ ਕਨਸਟੈਂਟ ਆਇਆ ਸੀ, ਤੇ ਜੇ ਉਹ ਕਨਸਟੈਂਟ ਦੀ ਕੋਈ ਪਾਰਟਿਕੂਲਰ ਵੈਲਿਊ ਪੁੱਟ ਕਰਦਾ, ਜਿਵੇਂ ਮੈਂ ਇੱਥੇ ਦੇਖੋ ਕਨਸਟੈਂਟ ਦੀ ਵੈਲਿਊ ਮੈਂ 5 ਲੈ ਲਈ, ਜਿਹੜਾ ਇਹ ਸੋਲੂਸ਼ਨ ਹੈ ਦੈਟ ਇਜ਼ ਕਾਲਡ ਪਾਰਟਿਕੂਲਰ ਸੋਲੂਸ਼ਨ। ਠੀਕ ਹੈ ਜੀ। ਪਾਰਟਿਕੂਲਰ ਸੋਲੂਸ਼ਨ ਤੇ ਜਰਨਲ ਸੋਲੂਸ਼ਨ 'ਚ ਫਰਕ ਪਤਾ ਚੱਲਿਆ ਬੇਟਾ? ਜਰਨਲ ਸੋਲੂਸ਼ਨ 'ਚ ਉਨੇ ਹੀ ਕਨਸਟੈਂਟ ਹੋਣਗੇ, ਆਰਬਿਟਰਰੀ ਕਨਸਟੈਂਟ ਉਨੇ ਹੀ ਹੋਣਗੇ ਜਿੰਨੇ ਆਰਡਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਹੈ। ਪਾਰਟਿਕੂਲਰ ਸੋਲੂਸ਼ਨ ਦੇ ਵਿੱਚ ਉਨੇ ਹੀ ਕਨਸਟੈਂਟ, ਉਹ 'ਚ ਕੋਈ ਆਰਬਿਟਰਰੀ ਕਨਸਟੈਂਟ ਨਹੀਂ ਹੋਣਾ, and this particular solution is always obtained from journal solution। क्लियर है? लो बेटा एक एग्जांपल होर लेने हैं, तुहानूं होर ज़्यादा क्लीयर हो जू। जिवें आ देखो आ y गिवन है, y की है cos x प्लस c, कहता चैक करो इस इक्वेशन का सोल्यूशन है। सोल्यूशन किवें चैक करांगे आपां? इह च देखो किन्ने कॉन्स्टेंट आ रहे हैं? एक कॉन्स्टेंट है, दैट्स वाई इहदा एक बारी डेरीवेटिव किता, cos का डेरीवेटिव आऊगा माइनस साइन। ठीक है, यदि लैफ्ट हैंड साइड च पुट करके देखते हैं कि यदा आंसर 0 आंदा है। dy/dx किन्ना है? माइनस साइन एक्स, माइनस सॉरी इतने क्वेश्चन गलत लिख गया, तो प्लस साइन एक्स होगा बेटा। देखो dy/dx की वैल्यू पुट की, यदी की, आ देखो कैंसल हो गया, इत्थों आ गया 0। दिस इज अवर राइट हैंड साइड। क्लीयर है? देयरफॉर आ जिहड़ा हैगा इसदा सोल्यूशन है। तो जे पुछ लवे जी ये किहड़ा सोल्यूशन है, किहड़ा सोल्यूशन है बेटा? देखो च किन्ने कॉन्स्टेंट आ रहे हैं? आर्बिट्रेरी कॉन्स्टेंट एक आ रहे हैं, तो यदा ऑर्डर किन्ना है? वो भी एक है। देखो यदा ऑर्डर किन्ना है? इस डिफरेंशियल इक्वेशन का ऑर्डर भी एक है। देयरफॉर दिस इज कॉल्ड जर्नल सोल्यूशन। क्लीयर है बेटा? जे इत्थे मैं सी की कोई भी वैल्यू फिक्स वैल्यू पुट करदा, जिवें देखो मैं सी की वैल्यू 5 पुट करती, देयरफॉर दिस इज कॉल्ड किहड़ा सोल्यूशन हुंदा बेटा? यह पार्टिकुलर सोल्यूशन। क्लीयर है? चलो नैक्सट देखते हैं आप एक एग्जाम्पल होर लैने। जिवें आ देखो आपने चैक करना है कि आहा इसका सोल्यूशन है। हुण देखो किवें सोल्यूशन कैलकुलेट करांगे? किन्ने वारी डेरीवेटिव है? 2 वारी, दैट्स वाई इहदा मैं 2 वारी डेरीवेटिव किया। पहला तो मैं 1 वारी किया। ए कॉस का डेरीवेटिव की हुंदा माइनस साइन, बी साइन का डेरीवेटिव की हुंदा कॉस, फिर इहदा अगेन डेरीवेटिव किया। देखो अगेन डेरीवेटिव करांगे क्या आऊगा? माइनस ए साइन का डेरीवेटिव कॉस, कॉस का डेरीवेटिव माइनस साइन।
ठीक है जी। 2 ਵਾਰੀ ਡੈਰੀਵੇਟਿਵ ਕਰਨ ਤੋਂ ਬਾਅਦ ਇਹਦੀ ਹੁਣ ਲੈਫਟ ਹੈਂਡ ਸਾਈਡ ਲਿੱਤੀ, ਇਹਦੇ 'ਚ ਇਹਦੀ ਵੈਲਿਊ ਪੁੱਟ ਕਰਤੀ, ਦੇਖੋ ਇੱਧਰਲੇ ਦੀ ਲਿੱਤੀ, ਡਬਲ ਡੈਰੀਵੇਟਿਵ ਦੀ ਕਿੰਨੀ ਵੈਲਿਊ ਹੈ -a cos x -b sin x, ਆ ਤਾਂ ਪਹਿਲੇ ਦੀ ਵੈਲਿਊ, ਪਲਸ ਐਵੇਂ ਹੀ ਦੇਖੋ ਹੁਣ ਦੂਜੇ ਦੀ ਵੈਲਿਊ ਕੀ ਹੈ, y ਦੀ ਵੈਲਿਊ ਕਿੰਨੀ ਆਪਾਂ ਨੂੰ ਗਿਵਨ ਹੈ ਕੁਐਸਚਨ 'ਚ, a cos x plus b sin x। ਦੇਖੋ ਇਹਨੂੰ ਸਿੰਪਲੀਫਾਈ ਕਰਕੇ ਕਿਆ ਰਾਈਟ ਹੈਂਡ ਸਾਈਡ ਆਂਦੀ ਹੈ, ਦੇਖੋ ਇਹ ਨਾਲ ਆ ਕੈਂਸਲ ਹੋ ਗਿਆ, -b sin x ਨਾ +b sin x, ਦੇਖੋ ਕੈਂਸਲ ਹੋ ਗਿਆ, ਇਹਦਾ ਆंसर 0 ਆ ਗਿਆ। ਦਿਸ ਇਜ਼ ਆਵਰ ਰਾਈਟ ਹੈਂਡ ਸਾਈਡ। देयरफॉर आह इस डिफरेंशियल इक्वेशन का सोल्यूशन है। तो हुण अपने को रह गया कि यह लास्टली आप ये कह सकते हैं, देखो इच्छे पूछ सकता है कि आ सोल्यूशन किहड़ा है जी, देखो यदा कितना ऑर्डर है, 2 ऑर्डर है, तो आ सोल्यूशन क्योंकि ये 2 आर्बिट्रेरी कॉन्स्टेंट आ रहे हैं, दिस इज कॉल्ड जर्नल सोल्यूशन। ठीक है बेटा, जर्नल सोल्यूशन किहड़ा हुंदा, जिन्ने ऑर्डर की डिफरेंशियल इक्वेशन हो उन्नी कॉन्स्टेंट होन। तो आ की है इच देखो ए दी मैं पर्टिकुलर वैल्यू फिट करती, ए दी वैल्यू 2 मान ली, बी दी वैल्यू 3 मान ली, जिहड़ा आ सोल्यूशन है दिस सोल्यूशन इज कॉल्ड, ए सोल्यूशन की कहने हैं बेटा आपां पर्टिकुलर सोल्यूशन। ठीक है, पर्टिकुलर सोल्यूशन क्लीयर है बेटा। देयरफॉर बेटा आपां ने हुण सम अप करिए, अज दे लैक्चर दे विच सिर्फ आपां ने यही कीता है कि सब तो पहला डिफरेंशियल इक्वेशन क्या हुंदी है, ये डिफरेंशियल इक्वेशन आप कित्थे कित्थे आप डेली लाइफ च यूज़ करते हैं वो बारे दस्या तुहानूं। फिर नैक्सट दस्या कि ऑर्डर ते डिग्री आप डिफरेंशियल इक्वेशन की किवें कैलकुलेट करते हैं, तो लास्टली दस्या आपने कि जर्नल ते पर्टिकुलर सोल्यूशन की हुंदा है, तो आप किवें चैक करते हैं कि कोई भी इक्वेशन इहदा सोल्यूशन है डिफरेंशियल इक्वेशन का या नहीं। ठीक है बेटा, आई होप तुहानूं अज दा लैक्चर पसंद आया होवेगा। थैंक यू, थैंक्स अ लॉट।